Today's topic for discussion is reading skill improvement methods कि ਕਿਹੜੇ methods ਨੂੰ use ਕਰਕੇ ਅਸੀਂ ਆਪਣੀ reading skills ਨੂੰ ਵਧਾ ਸਕਦੇ ਹੈਗੇ ਆ। ਫਰਸਟ ਜਿਹੜਾ ਸਭ ਤੋਂ ਇੰਪੋਰਟੈਂਟ ਫੈਕਟਰ ਹੈਗਾ ਆ ਜਿਹਨੂੰ use ਕਰਕੇ ਅਸੀਂ ਆਪਣੀ reading skills 'ਚ improvement ਕਰ ਸਕਦੇ ਹਾਂ that is participate in library reading programs। ਕਿ ਅਸੀਂ ਕੀ ਕਰ ਸਕਦੇ ਹਾਂ ਕਿ ਸਾਡੀ ਸਿਟੀ 'ਚ ਸਾਡੇ ਸਟੇਟ 'ਚ ਕੋਈ ਨਾ ਕੋਈ ਸਿਟੀ ਲਾਇਬ੍ਰੇਰੀਜ਼ ਹੁੰਦੀਆਂ ਨੇ ਸਟੇਟ ਲਾਇਬ੍ਰੇਰੀਜ਼ ਹੁੰਦੀਆਂ ਨੇ ਜਿਹੜੀਆਂ ਲਾਇਬ੍ਰੇਰੀਜ਼ ਸਪੈਸ਼ਲੀ ਆਰਗੇਨਾਈਜ਼ ਹੁੰਦੀਆਂ ਨੇ ਰੀਡਿੰਗ ਪ੍ਰੋਗਰਾਮਸ ਕਰਾਉਣ ਲਈ ਤਾਂ ਕਿ ਬੱਚਿਆਂ ਦੇ ਜਿਹੜੇ ਐਜੂਕੇਸ਼ਨ ਲੈਵਲ ਹੈ ਉਹਨੂੰ ਇੰਪਰੂਵ ਕੀਤਾ ਜਾਏ। ਠੀਕ ਹੈ, ਅਸੀਂ ਆਪਣੇ ਘਰ ਦੇ ਨੇੜੇ ਜਾਂ ਆਪਣੀ ਕਲੋਨੀ ਦੇ ਨੇੜੇ ਜੋ ਵੀ ਸਾਡੇ ਕੋਲ ਲਾਇਬ੍ਰੇਰੀ ਅਵੇਲੇਬਲ ਹੈ ਸਟੇਟ ਲਾਇਬ੍ਰੇਰੀਜ਼ ਹੁੰਦੀਆਂ ਨੇ ਜਾਂ ਫਿਰ ਸਾਡੇ ਕਲੋਨੀ 'ਚ ਕਹਿ ਲਓ ਕਿ ਲਾਇਬ੍ਰੇਰੀ ਹੁੰਦੀ ਹੈ ਸਾਡੇ ਏਰੀਆ 'ਚ ਕੋਈ ਨਾ ਕੋਈ ਲਾਇਬ੍ਰੇਰੀ ਹੁੰਦੀ ਹੈ ਅਸੀਂ ਉਹ ਲਾਇਬ੍ਰੇਰੀਜ਼ ਨੂੰ ਯੂਜ਼ ਕਰ ਸਕਦੇ ਹਾਂ ਆਪਣੀ ਰੀਡਿੰਗ ਸਕਿੱਲਸ ਨੂੰ ਇੰਪਰੂਵ ਕਰਨ। ਠੀਕ ਹੈ, ਉੱਥੇ ਜਾ ਕੇ ਅਸੀਂ ਕੀ ਕਰ ਸਕਦੇ ਹਾਂ ਸਾਡੇ ਇੰਟਰਸਟ ਦੀ ਜੋ ਵੀ ਬੁੱਕਸ ਨੇ ਅਸੀਂ ਉਹ ਬੁੱਕਸ ਨੂੰ ਰੀਡ ਕਰ ਸਕਦੇ ਹਾਂ ਤੇ ਜਦ ਅਸੀਂ ਬੁੱਕਸ ਨੂੰ ਰੀਡ ਕਰਾਂਗੇ ਤੇ ਇਹਦੇ ਨਾਲ ਕੀ ਹੋਵੇਗਾ ਸਾਡੀ ਇੱਕ ਰੀਡਿੰਗ ਹੈਬਿਟ ਬਣੇਗੀ ਪਲੱਸ ਸਾਡੀ ਜਿਹੜੀ ਨੌਲੇਜ ਹੈਗੀ ਹੈ ਉਹਦੇ 'ਚ ਵੀ ਵਾਧਾ ਹੋਏਗਾ। ਕੁਝ ਜਿਹੜੀ ਲਾਇਬ੍ਰੇਰੀਜ਼ ਹੁੰਦੀਆਂ ਨੇ ਕੁਝ ਲਾਇਬ੍ਰੇਰੀਜ਼ ਕੀ ਕਰਦੀਆਂ ਨੇ ਪ੍ਰੋਗਰਾਮਸ ਕ੍ਰੀਏਟ ਕਰਾਉਂਦੀਆਂ ਨੇ ਸਪੈਸ਼ਲੀ ਆਰਗੇਨਾਈਜ਼ ਕਰਦੀਆਂ ਨੇ ਪ੍ਰੋਗਰਾਮਸ ਤਾਂ ਕਿ ਉਹ ਬੱਚਿਆਂ ਦੇ ਐਜੂਕੇਸ਼ਨ ਲੈਵਲ 'ਚ ਇੰਪਰੂਵਮੈਂਟ ਕਰ ਸਕਣ। ਠੀਕ ਹੈ, ਤੇ ਸਾਨੂੰ ਜਿਹੜੇ ਇੱਦਾਂ ਦੇ ਪ੍ਰੋਗਰਾਮਸ ਹੁੰਦੇ ਨੇ ਉਹਨਾਂ ਨੂੰ ਜੁਆਇਨ ਕਰਨਾ ਚਾਹੀਦਾ ਆ ਤਾਂ ਕਿ ਅਸੀਂ ਐਕਟਿਵਲੀ ਇਨਵੋਲਵ ਹੋਈਏ ਬੁੱਕ ਰੀਡਿੰਗ 'ਚ। ਠੀਕ ਹੈ, ਜੋ ਵੀ ਸਪੈਸ਼ਲ ਇਵੈਂਟਸ ਹੋ ਰਹੇ ਨੇ ਰਿਗਾਰਡਿੰਗ ਰੀਡਿੰਗ ਐਂਡ ਰਿਗਾਰਡਿੰਗ ਲਿਟਰੇਚਰ ਰੀਡਿੰਗ ਉਹਨਾਂ ਨੂੰ ਸਾਨੂੰ ਜੁਆਇਨ ਕਰਨਾ ਚਾਹੀਦਾ ਆ ਤਾਂ ਕਿ ਅਸੀਂ ਕੀ ਕਰ ਸਕੀਏ ਐਕਸਪਲੋਰ ਕਰ ਸਕੀਏ ਨਵੀਆਂ ਚੀਜ਼ਾਂ ਨੂੰ ਤੇ ਜਦ ਅਸੀਂ ਨਵੀਆਂ ਚੀਜ਼ਾਂ ਨੂੰ ਐਕਸਪਲੋਰ ਕਰਦੇ ਹਾਂ ਪੜ੍ਹਦੇ ਹਾਂ ਤੇ ਉਹਦੇ ਨਾਲ ਸਾਡੀ ਜਿਹੜੀ ਅੰਡਰਸਟੈਂਡਿੰਗ ਹੈ ਉਹ ਬਹੁਤ ਵਧੀਆ ਤਰੀਕੇ ਨਾਲ ਵੱਧਦੀ ਹੈ। ਉਸ ਤੋਂ ਬਾਅਦ ਅਸੀਂ ਕੀ ਕਰ ਸਕਦੇ ਹਾਂ ਐਕਸਪਲੋਰ ਡਿਫਰੈਂਟ ਫਾਰਮਸ ਆਫ ਰੀਡਿੰਗ ਮਟੀਰੀਅਲ ਕਿ ਜਿੰਨੇ ਵੀ ਡਿਫਰੈਂਟ ਰੀਡਿੰਗ ਮਟੀਰੀਅਲਸ ਅਵੇਲੇਬਲ ਨੇ ਜਿੱਦਾਂ ਕਿ ਬੁੱਕ ਹੋ ਗਈ। ਠੀਕ ਹੈ, ਸਪੋਜ਼ ਤੁਸੀਂ ਕੋਈ ਬੁੱਕ ਬਾਏ ਕਰ ਰਹੇ ਹੋ ਤੇ ਹੋ ਸਕਦਾ ਹੈ ਕਿ ਉਹ ਜਿਹੜੀ ਬੁੱਕ ਹੈ ਬੁੱਕ ਦੀ ਬੈਕ ਸਾਈਡ ਤੇ CD ਜਾਂ ਟੇਪ ਅਵੇਲੇਬਲ ਹੋਵੇ ਮਤਲਬ ਜੋ ਤੁਸੀਂ ਬੁੱਕ ਰੀਡ ਕਰ ਰਹੇ ਹੋ ਸੇਮ ਬੁੱਕ ਟੇਪ 'ਚ ਅਵੇਲੇਬਲ ਹੋਵੇ ਜਾਂ CD 'ਚ ਅਵੇਲੇਬਲ ਹੋਵੇ ਜਾਂ ਫਿਰ ਉਸ ਬੁੱਕ ਦੀ ਡਿਜੀਟਲ ਰਿਕਾਰਡਿੰਗ ਕੀਤੀ ਗਈ ਹੋਵੇ। ਠੀਕ ਹੈ, ਤੇ ਅਸੀਂ ਜੋ ਬੁੱਕ ਪੜ੍ਹ ਰਹੇ ਹਾਂ ਸਾਨੂੰ ਉਹ ਬੁੱਕ ਹਾਰਡ ਕਾਪੀ ਫਾਰਮ 'ਚ ਵੀ ਪੜ੍ਹਨੀ ਚਾਹੀਦੀ ਹੈ ਮਤਲਬ ਸੰਪੂਰਨ ਬੁੱਕ ਫਾਰਮ 'ਚ ਵੀ ਪੜ੍ਹਨੀ ਚਾਹੀਦੀ ਹੈ ਤੇ ਉਹਦੀ ਜਿਹੜੀ CD ਜਾਂ ਟੇਪ ਅਵੇਲੇਬਲ ਹੈ ਉਸ CD ਜਾਂ ਟੇਪ ਨੂੰ ਵੀ ਸਾਨੂੰ ਸੁਣਨਾ ਚਾਹੀਦਾ ਆ। ਇਹਦੇ ਨਾਲ ਸਾਨੂੰ ਬਹੁਤ ਜ਼ਿਆਦਾ ਬੈਨੀਫਿਟ ਹੁੰਦੇ ਹੈ ਕਿ ਇੱਕ ਤਾਂ ਜਦ ਅਸੀਂ ਰੀਡਿੰਗ ਕਰ ਰਹੇ ਹਾਂ ਰੀਡਿੰਗ ਕਰਨ ਵੇਲੇ ਸਾਨੂੰ ਜਿਹੜੇ ਵਰਡਸ ਪ੍ਰੋਨਾਊਂਸ ਕਰਨੇ ਨਹੀਂ ਆਉਂਦੇ ਠੀਕ ਹੈ ਉਹ ਵਰਡਸ ਨੂੰ ਅਸੀਂ ਆਪਣੀ CD ਜਾਂ ਟੇਪ ਦੇ ਥਰੂ ਸੁਣ ਸਕਦੇ ਹਾਂ ਤੇ ਉਹਦੀ ਜਿਹੜੀ ਸਹੀ ਪ੍ਰੋਨਾਂਸੀਏਸ਼ਨ ਹੈ ਉਹ ਸਹੀ ਪ੍ਰੋਨਾਂਸੀਏਸ਼ਨ ਸਾਨੂੰ ਪਤਾ ਲੱਗਦੀ ਹੈ। ਠੀਕ ਹੈ, ਅਸੀਂ ਕੀ ਕਰ ਸਕਦੇ ਹਾਂ ਉਹ ਜਿਹੜੇ CDs ਜਾਂ ਟੇਪਸ ਅਵੇਲੇਬਲ ਨੇ ਉਹਨਾਂ ਨੂੰ ਦੇਖ ਸਕਦੇ ਹਾਂ ਉਹਨਾਂ ਨੂੰ ਸੁਣ ਸਕਦੇ ਹਾਂ ਜਿਹਦੇ ਕਰਕੇ ਜਿਹੜੀ ਸਾਡੀ ਇੱਕ ਤਾਂ ਸਾਈਟ ਵਰਡ ਰਿਕਗਨਾਈਜੇਸ਼ਨ ਹੈ ਕਿ ਵਰਡ ਨੂੰ ਦੇਖ ਕੇ ਵਰਡ ਨੂੰ ਸਮਝਣਾ ਠੀਕ ਹੈ ਉਹ ਮਜ਼ਬੂਤ ਹੁੰਦੀ ਹੈ ਉਹ ਪਾਵਰਫੁਲ ਹੁੰਦੀ ਹੈ। ਦੂਸਰੀ ਚੀਜ਼ ਜਦ ਅਸੀਂ ਟੇਪ 'ਚ ਦੇਖ ਰਹੇ ਹਾਂ ਕਿਸੇ ਕੰਟੈਂਟ ਨੂੰ ਰੀਡ ਕਰ ਰਹੇ ਹਾਂ ਤੇ ਰੀਡ ਕਰਨ ਦੇ ਨਾਲ ਨਾਲ ਸਾਡੀ ਜਿਹੜੀ ਕਹਿ ਲਓ ਕਿ ਸਮਝਣ ਦੀ ਸ਼ਮਤਾ ਆ ਉਹ ਵੀ ਵੱਧਦੀ ਹੈ। ਦੇਖੋ ਜਿੱਦਾਂ ਅਸੀਂ ਹਾਲੀਵੁੱਡ ਮੂਵੀਜ਼ ਦੇਖਦੇ ਹਾਂ ਤੇ ਜਿਹੜੀ ਇੰਗਲਿਸ਼ ਮੂਵੀਜ਼ ਹੁੰਦੀਆਂ ਨੇ ਹੁਣ ਉਹਨਾਂ ਦੀ ਸਲੈਂਗ ਸਾਡੀ ਸਲੈਂਗ ਨਾਲੋਂ ਡਿਫਰੈਂਟ ਹੁੰਦੀ ਹੈ ਇੰਡੀਅਨ ਸਲੈਂਗ ਨਾਲੋਂ ਡਿਫਰੈਂਟ ਹੁੰਦੀ ਹੈ। ਠੀਕ ਹੈ, ਤੇ ਸਾਨੂੰ ਉਹ ਸਮਝਣ 'ਚ ਮੁਸ਼ਕਿਲ ਆਉਂਦੀ ਹੈ ਇਸ ਕਰਕੇ ਅਸੀਂ ਕੀ ਯੂਜ਼ ਕਰਦੇ ਹਾਂ ਸਬ ਟਾਈਟਲਸ ਯੂਜ਼ ਕਰਦੇ ਹਾਂ। ਸਬ ਟਾਈਟਲਸ ਬੇਸਿਕਲੀ ਕੀ ਚੀਜ਼ ਹੈ ਕਿ ਜਿਸ ਟਾਈਮ ਤੇ ਮੂਵੀ ਚੱਲ ਰਹੀ ਹੈ ਜੋ ਵੀ ਡਾਇਲੌਗਸ ਬੋਲੇ ਜਾ ਰਹੇ ਨੇ ਉਹ ਡਾਇਲੌਗਸ ਥੱਲੇ ਲਿਖੇ ਵੀ ਆਉਂਦੇ ਆ। ਠੀਕ ਹੈ, ਇਹਦੇ ਨਾਲ ਕੀ ਹੁੰਦਾ ਆ ਜੇ ਸਾਨੂੰ ਕੋਈ ਚੀਜ਼ ਸਮਝ ਨਹੀਂ ਲੱਗਦੀ ਤੇ ਅਸੀਂ ਉਹ ਸਬ ਟਾਈਟਲਸ ਤੋਂ ਉਹਨਾਂ ਨੂੰ ਪੜ੍ਹ ਕੇ ਸਮਝ ਸਕਦੇ ਹਾਂ ਕਿ ਜੋ ਵੀ ਡਾਇਲੌਗ ਡਿਲੀਵਰੀ ਹੋ ਰਹੀ ਹੈ ਥਰੂ ਐਕਟਰ ਔਰ ਐਕਟਰੈਸ ਉਹ ਡਾਇਲੌਗ ਡਿਲੀਵਰੀ ਕੀ ਹੋ ਰਹੀ ਹੈ। ਠੀਕ ਹੈ, ਸੇਮ ਵੇ ਜੋ ਵੀ ਅਸੀਂ ਬੁੱਕ ਪੜ੍ਹ ਰਹੇ ਹਾਂ ਜੇ ਉਸ ਬੁੱਕ ਦੀ ਟੇਪ ਜਾਂ ਫਿਰ CD ਅਵੇਲੇਬਲ ਹੈ ਤੇ ਅਸੀਂ ਉਹਨੂੰ ਦੇਖੀਏ ਤਾਂ ਕਿ ਜਿਹੜੀ ਸਾਡੀ ਵਰਡ ਫਰੇਸ ਰਿਕਗਨਾਈਜੇਸ਼ਨ ਹੈ ਉਹ ਸਟਰੋਂਗ ਹੋਵੇ ਤੇ ਸਾਨੂੰ ਵਰਡਸ ਚੰਗੀ ਤਰ੍ਹਾਂ ਸਮਝ ਆਉਣ। ਠੀਕ ਹੈ, ਇਹਦਾ ਬੈਨੀਫਿਟ ਕੀ ਹੈ ਇਹਦਾ ਬੈਨੀਫਿਟ ਬੇਸਿਕਲੀ ਜੋ ਵੀ ਰੀਡਰ ਹੈ ਜੋ ਬੁੱਕ ਨੂੰ ਰੀਡ ਕਰ ਰਿਹਾ ਆ ਜਾਂ ਫਿਰ ਔਨ ਟੇਪ ਬੁੱਕ ਨੂੰ ਦੇਖ ਰਿਹਾ ਜਾਂ ਸੁਣ ਰਿਹਾ ਆ ਉਹਨੂੰ ਬਹੁਤ ਜ਼ਿਆਦਾ ਬੈਨੀਫਿਟ ਹੋਏਗਾ ਬੁੱਕ ਨੂੰ ਸਮਝਣ 'ਚ।
दूसरी चीज़ जो भी ਅਸੀਂ ਰੀਡ ਕਰ ਰਹੇ ਹਾਂ ਉਹਦਾ ਫਾਇਦਾ ਇਹ ਹੈ ਕਿ ਉਹ ਸਾਡੀ ਨੌਲੇਜ 'ਚ ਵਾਧਾ ਕਰੇਗਾ ਜੋ ਵੀ ਕੰਟੈਂਟ ਅਸੀਂ ਪੜ੍ਹ ਰਹੇ ਹਾਂ ਉਹ ਸਾਡੀ ਨੌਲੇਜ 'ਚ ਵਾਧਾ ਕਰੇਗੀ ਸਾਡੀ ਇਨਫੋਰਮੇਸ਼ਨ 'ਚ ਵਾਧਾ ਕਰੇਗੀ ਐਂਡ ਸੈਕੰਡ ਥਿੰਗ ਜਦ ਅਸੀਂ ਟੇਪ ਦੇ ਥਰੂ CD ਦੇ ਥਰੂ ਕੰਟੈਂਟ ਨੂੰ ਲਿਸਨ ਕਰ ਰਹੇ ਹਾਂ ਕੰਟੈਂਟ ਨੂੰ ਸੁਣ ਰਹੇ ਹਾਂ ਉਹਦੇ ਨਾਲ ਸਾਡੀ ਵੋਕੈਬਲਰੀ ਇੰਪਰੂਵ ਹੋਏਗੀ ਸਾਨੂੰ ਇਹ ਪਤਾ ਲੱਗੇਗਾ ਕਿ ਕਿਸੇ ਵਰਡ ਨੂੰ ਕਿਸ ਤਰ੍ਹਾਂ ਪ੍ਰੋਨਾਊਂਸ ਕਰਨਾ ਹੈ ਜਾਂ ਫਿਰ ਕਿਸ ਤਰ੍ਹਾਂ ਰੀਡ ਕਰਨਾ ਆ ਜਦ ਕਿ ਜੇ ਅਸੀਂ ਬੁੱਕ 'ਚ ਰੀਡ ਕਰ ਰਹੇ ਹਾਂ ਤੇ ਜੇ ਸਾਨੂੰ ਉਹ ਵਰਡ ਪ੍ਰੋਨਾਊਂਸ ਕਰਨਾ ਨਹੀਂ ਆਉਂਦਾ ਹੋ ਸਕਦਾ ਹੈ ਕਿ ਅਸੀਂ ਉਹਨੂੰ ਉੱਥੇ ਹੀ ਛੱਡ ਦਈਏ ਕਿ ਅਸੀਂ ਸੋਚੀਏ ਕਿ ਠੀਕ ਹੈ ਮੈਨੂੰ ਪ੍ਰੋਨਾਊਂਸ ਨਹੀਂ ਕਰਨਾ ਆਉਂਦਾ ਇਟ ਮੇ ਹੈਪਨ ਕਿ ਮੈਂ ਉਹਨੂੰ ਗਲਤ ਪ੍ਰੋਨਾਊਂਸ ਕਰਾਂ ਬਟ ਜਦ ਅਸੀਂ CD ਤੇ ਕੰਟੈਂਟ ਨੂੰ ਸੁਣ ਰਹੇ ਹਾਂ ਤੇ ਬਹੁਤ ਧਿਆਨ ਨਾਲ ਸੁਣ ਰਹੇ ਹਾਂ ਤੇ ਮੈਂ ਹਰ ਵਰਡ ਦੀ ਪ੍ਰੋਨਾਂਸੀਏਸ਼ਨ ਨੂੰ ਧਿਆਨ ਨਾਲ ਸੁਣੂੰਗੀ ਤੇ ਮੈਂ ਸਮਝੂੰਗੀ ਕਿ ਵਰਡ ਨੂੰ ਕਿਸ ਤਰ੍ਹਾਂ ਨਾਲ ਪ੍ਰੋਨਾਊਂਸ ਕਰਨਾ ਹੈ ठीक है लाइक जिदा मैं तुहाडे नाल पहला भी डिस्कस किया सीगा कि साडे कोल एक वर्ड हैगा जिहड़ा असीं सबजैक्ट पढ़ रहे हैं दैट इज जेनरिक स्किल्स एंड एंटरप्रेन्योरशिप डेवलपमेंट ठीक है हुण जिहड़ा एंटरप्रेन्योरशिप वर्ड हैगा आ दैट मे बी प्रोनाउंस एज एंटरप्रेन्योरशिप और इट मे बी प्रोनाउंस एज एंटरप्रेन्योरशिप ठीक है जद मैं किसी नूं सुन रही हाँ ਤਾਂ ਮੈਨੂੰ ਵਧੀਆ ਤਰੀਕੇ ਨਾਲ ਪਤਾ ਲੱਗੂਗਾ ਕਿ ਇਸ ਵਰਡ ਨੂੰ ਐਂਟਰਪ੍ਰੀਨਿਓਰਸ਼ਿਪ ਜਾਂ ਫਿਰ ਐਂਟਰਪ੍ਰੀਨਿਓਰਸ਼ਿਪ ਵਰਡ ਨੂੰ ਮੈਂ ਕਿਸ ਤਰ੍ਹਾਂ ਨਾਲ ਪ੍ਰੋਨਾਊਂਸ ਕਰਨਾ ਹੈ ਇਸੇ ਲਈ ਰੀਡਿੰਗ ਕੀ ਇੰਪਰੂਵ ਕਰਦੀ ਹੈ ਸਾਡੀ ਨੌਲੇਜ 'ਚ ਇੰਪਰੂਵਮੈਂਟ ਕਰਦੀ ਆ ਪਲੱਸ ਸਾਡੀ ਵੋਕੈਬਲਰੀ 'ਚ ਵੀ ਇੰਪਰੂਵਮੈਂਟ ਕਰਦੀ ਹੈ ਕਿ ਕਿਸੇ ਵਰਡ ਦੀ ਸਪੈਲਿੰਗ ਕੀ ਹੈ ਜਾਂ ਫਿਰ ਅਸੀਂ ਕਿਸੇ ਵਰਡ ਨੂੰ ਪ੍ਰੋਨਾਊਂਸ ਕਿਸ ਤਰ੍ਹਾਂ ਕਰਨਾ ਹੈ ਦੂਸਰੀ ਚੀਜ਼ ਨੈਕਸਟ ਇਜ਼ ਕੰਪੇਅਰ ਬੁੱਕ ਟੂ ਫਿਲਮਸ ਅਸੀਂ ਕੀ ਕਰ ਸਕਦੇ ਹਾਂ ਜੋ ਵੀ ਬੁੱਕ ਕੋਈ ਵੀ ਸਟੂਡੈਂਟ ਜਾਂ ਫਿਰ ਮੈਂ ਪੜ੍ਹ ਰਹੀ ਹਾਂ ਉਸ ਬੁੱਕ ਦਾ ਮੈਂ ਚੈੱਕ ਕਰਾਂ ਕਿ ਉਸ ਬੁੱਕ ਦਾ ਵੀਡੀਓ ਵਰਜ਼ਨ ਅਵੇਲੇਬਲ ਹੈ ਤੇ ਜੇ ਬੁੱਕ ਦਾ ਵੀਡੀਓ ਵਰਜ਼ਨ ਅਵੇਲੇਬਲ ਹੈ ਤੇ ਮੈਂ ਕੀ ਕਰ ਸਕਦੀ ਹਾਂ ਉਸ ਬੁੱਕ ਦੇ ਵੀਡੀਓ ਵਰਜ਼ਨ ਨੂੰ ਪਹਿਲਾਂ ਮੈਂ ਬੁੱਕ ਪੜ੍ਹਾਂ ਉਸ ਤੋਂ ਬਾਅਦ ਮੈਂ ਉਹਦਾ ਵੀਡੀਓ ਵਰਜ਼ਨ ਦੇਖਾਂ ਤੇ ਉਹਨਾਂ 'ਚ ਮੈਂ ਫਾਈਂਡ ਕਰਨ ਦੀ ਕੋਸ਼ਿਸ਼ ਕਰਾਂ ਕਿ ਉਹਨਾਂ 'ਚ ਸਿਮਿਲੈਰਿਟੀਜ਼ ਕੀ ਨੇ ਤੇ ਉਹਨਾਂ ਦੋਵੇਂ ਮੀਡੀਅਮ 'ਚ ਡਿਫਰੈਂਸਿਸ ਕੀ ਨੇ ठीक है जे मैं बुक पढ़ी होएगी ते बुक पढ़न तो बाद मैं वीडियो वर्जन देख रही हाँ ते मेरी जिहड़ी अंडरस्टैंडिंग है वो बहुत ज़्यादा वधिया तरीके नाल वध जाती है ते मैं ये भी जज कर सकती हाँ कि मैं बुक रीडिंग नूं ज़्यादा पसंद कर रही हाँ या फिर मैं जिहड़ा वीडियो वर्जन देख रही हाँ वॉच कर रही हाँ उन्होंने मैं ज़्यादा पसंद कर रही हाँ तो मैनू लगता है कि जब असीं बुक रीड करते हाँ वो बुक ज़्यादा वधिया तरीके नाल समझ आती है लाइक मैं एक बुक पढ़ी सीगी फॉल्ट इन माय स्टार्स ते ओदी जब मैं बुक पहला रीड कीती है नॉवल सीगा वो बुक मैं पहला रीड कीती है एंड सेम बुक ते उस तो बाद एक मूवी आई है ठीक है ते जब मैं मूवी देखी ते मैनू इदा लग्या कि बुक च जिहड़ी एक्सप्लेनेशन सीगी वो बहुत ज़्यादा वधिया सीगी जिहड़े वर्ड सीगे वो बहुत वधिया तरीके नाल एक्सप्लेन कर रहे सीगे सीन्स नू एज कंपेयर टू वीडियो इसलिए सानू की करना चाहिए जो भी असी बुक पढ़ रहे हैं सानू चेक करना चाहिए कि वेदर वीडियो वर्जन ऑफ दैट बुक इज अवेलेबल और नॉट जे अवेलेबल है तो सानू दोवां नू यूज करना चाहिए बुक रीडिंग भी करनी चाहिए तो वीडियो वर्जन नू भी देखना चाहिए आ ते उस तो बाद दोवां च सिमिलैरिटीज़ या डिफरेंस फाइंड आउट करने चाहिए है एंड अपने आप नू आंसर करना चाहिए कि सानू किहड़ी चीज़ ज़्यादा पसंद है ठीक है तो जे तुहानू बुक वर्जन ज़्यादा पसंद आएगा तो इहदे नाल जिहड़ी तुहाडी रीडिंग दी हैबिट है वो ज़्यादा स्ट्रोंग होएगी तुसीं रीडिंग च इन्वॉल्व होगे नैक्सट जिहड़ा इंप्रूवमेंट मैथड हैगा आ स्टडी रीडिंग वोकैबलरी कि सानू की करना चाहिए आ इस तरह की रीडिंग करनी चाहिए है जिहदे नाल साडी वोकैबलरी च इंप्रूवमेंट होवे ठीक है इहदे लई असीं की कर सकते हैं जो भी बुक असीं रीड कर रहे हैं ठीक है उस बुक नू रीड करते हुए जिहड़े वर्ड्स मैनू समझ नहीं लगे मतलब हो सकता है ना कि जब मैं बुक रीड कर रही हाँ मैनू कोई इदां दा वर्ड पता लग्या जो मैं कदी सुनिया नहीं सीगा या फिर उस वर्ड का एग्जैक्ट मीनिंग मैनू नहीं पता सीगा मैनू की करना चाहिए आ नाल दे नाल बुक रीडिंग करते हुए नाल दे नाल डिक्शनरी च ठीक है जे तुसी हार्ड कॉपी डिक्शनरी यूज करते हो तो डिक्शनरी च हार्ड कॉपी च या फिर अजकल तो साडे कोल इंटरनेट अवेलेबल है तो ऑनलाइन मैं की कर सकती हाँ उस वर्ड का मीनिंग सर्च कर सकती हूँ फिर मैं की करा जो भी डिफिकल्ट या फिर अनफैमिलियर बुक वर्ड्स मैं बुक च देखे है उन्होंने मैं एक लिस्ट बना ला कि वर्ड लिखा वर्ड का मीनिंग लिखा
मीनिंग लिखण तो बाद सिनोनिम्स लिखा। मैं तुहानू ऑलरेडी दस्सिया हुआ सिनोनिम्स हुंदे है कि रिलेटेड वर्ड्स, सिनोनिम्स लिखा। उस तो बाद वो जिहड़ा वर्ड है ਉਹਨੂੰ मैं सेंटेंस च किस तरह यूज करना है वो सेंटेंस लिखा ते वो चीज़ नू मैं अपनी कॉपी च नोट करके या कुछ फ्लैश कार्ड्स बना के मैं दोबारा उन्हां नू विजिट करा ताकि जिहड़े मेरे नू डिफिकल्ट वर्ड लगदे ने या फिर जिहड़े वर्ड्स मैनू पहला नहीं पता सीगे मेरे लिए अनफैमिलियर वर्ड सीगे उन्हां नू मैं हुण अपनी कम्युनिकेशन च इनकलूड करा जद मैं लोकां नाल गलबात कर रही। ठीक है, ਇਹਦੇ ਨਾਲ ਕੀ ਹੋਏਗਾ मैं ਦੁਬਾਰਾ ਉਹ वर्ड्स ਨੂੰ ਪੜੂੰਗੀ ਤੇ ਮੇਰੇ ਦਿਮਾਗ 'ਚ ਉਹ ਜਿਹੜੇ ਮੀਨਿੰਗਸ ਹੈਗੇ ਉਹਨਾਂ वर्ड्स ਦੇ ਉਹ ਮੈਨੂੰ ਚੰਗੀ ਤਰ੍ਹਾਂ ਯਾਦ ਹੋ ਜਾਣਗੇ ਤੇ ਮੈਂ ਆਪਣੀ ਕਮਿਊਨੀਕੇਸ਼ਨ 'ਚ ਉਹਨਾਂ ਨੂੰ ਯੂਜ਼ ਕਰੂੰਗੀ। ਦੇਖੋ ਦੋ ਬੈਨੀਫਿਟ ਹੋ ਰਹੇ ਹੈ, ਇੱਕ ਤਾਂ ਰੀਡਿੰਗ ਦੇ ਨਾਲ, ਇੱਕ ਤਾਂ ਮੇਰੀ ਵੋਕੈਬਲਰੀ ਇੰਪਰੂਵ ਹੋ ਰਹੀ ਹੈ, ਮੈਨੂੰ ਜ਼ਿਆਦਾ वर्ड्स ਦੇ ਮੀਨਿੰਗ पता लग रहे है, प्लस मेरी कम्युनिकेशन स्किल्स भी इंप्रूव हो रही है, मेरी स्पीकिंग स्किल्स भी इंप्रूव हो रही है कि जब मैं लोगों नाल गलबात कर रही हाँ तो मैं गलबात के दौरान वो वर्ड्स नू यूज कर रही हाँ। नैक्सट जिहड़ा इंप्रूवमेंट मैथड हैगा आ स्ट्रेंथन स्पैलिंग स्किल्स। देखो कदी कदी की हुंदा है कि सानू वर्ड्स तो पता हुंदे है पर सानू वर्ड दे स्पैलिंग नहीं सानू पता हुंदे ਤੇ ਇਹਦੇ ਲਈ ਸਾਨੂੰ ਕੀ ਕਰਨਾ ਚਾਹੀਦਾ ਆ, ਜੋ ਵੀ ਸਾਨੂੰ ਡਿਫਿਕਲਟ ਜਾਂ ਅਨਫੈਮਿਲੀਅਰ ਵਰਡਸ ਲੱਗਦੇ ਹੈ ਉਹਨਾਂ ਦੀ ਸਪੈਲਿੰਗ ਨੂੰ ਪ੍ਰੈਕਟਿਸ ਕਰਨਾ ਚਾਹੀਦਾ ਆ। ਜੋ ਵਰਡ ਦੀ ਸਪੈਲਿੰਗ ਮੈਨੂੰ ਨਹੀਂ ਆਉਂਦੀ ਇੱਕ ਪੇਪਰ ਤੇ ਮੈਨੂੰ ਬਾਰ-ਬਾਰ ਉਹ ਵਰਡਸ ਲਿਖਣੇ ਚਾਹੀਦੇ ਹੈ। ਜਦ ਕੋਈ ਮਿਸਟੇਕ ਪਤਾ ਲੱਗੇ ਤੇ ਮੈਂ ਉਹ ਮਿਸਟੇਕ ਨੂੰ ਕਰੈਕਟ ਕਰਨ ਦੀ ਕੋਸ਼ਿਸ਼ ਕਰਾਂ ਤੇ ਜਦ ਨੈਕਸਟ टाइम फर्स्ट अटैम्प्ट च सैकेंड अटैम्प्ट च या जिन्ने भी अटैम्प्ट असी कर रहे हैं जब तक मेरा वर्ड सही नहीं होता मैं उन्होंने सही करने की कोशिश करा ते जब मेरा वर्ड सही हो जाता है आफ्टर नंबर ऑफ अटैम्प्ट स्पैलिंग जी मैं लिख रही हाँ तो मैं अपने आप को रिवॉर्ड करा कि ठीक है अज मैं ये जो वर्ड है मैनू डिफिकल्ट लगता सीगा प्रोनाउंस करना या फिर स्पैल करना या फिर लिखना है ना, स्पैलिंग्स लिखना ते अज मैं वो बिल्कुल ठीक लिखे आया ते अज मैं एक चॉकलेट खाऊंगी या फिर अज मैं पापा नू कहूँगी कि अज मैं वर्ड सही लिखा है ते रिवॉर्ड मी विद एन आइसक्रीम। कि अपने आप नू जब तुसी अपनी गलतियां नू सुधार रहे हो ते अपने आप नू सैल्फ रिवॉर्ड्स दो। ठीक है, ਇਹਦੇ ਨਾਲ ਕੀ ਹੋਏਗਾ ਤੁਹਾਡੇ ਕੋਲ ਤੁਹਾਡੇ ਚ ਸੈਲਫ ਕਰੈਕਸ਼ਨ ਦੀ ਹੈਬਿਟ ਆਏਗੀ ਤੇ ਤੁਸੀਂ ਜਿਹੜਾ ਡਿਫਿਕਲਟ ਵਰਡਸ ਨੂੰ ਟੈਕਲ ਕਰਨ ਦਾ ਫੀਅਰ ਹੈਗਾ ਆ ਉਹ ਫੀਅਰ ਰਿਡਿਊਸ ਹੋਏਗਾ। ਨੈਕਸਟ ਥਿੰਗ ਅਸੀਂ ਕੀ ਕਰ ਸਕਦੇ ਹਾਂ ਰੀਡਿੰਗ ਸਕਿੱਲ ਇੰਪਰੂਵਮੈਂਟ ਮੈਥਡ ਲਈ ਅਸੀਂ ਡਿਫਰੈਂਟ ਆਥਰਸ ਦੀ ਬੁੱਕ ਨੂੰ ਕੰਪੇਅਰ ਕਰ ਸਕਦੇ ਹੈਗੇ ਆ। ਹੁਣ ਦੇਖੋ ਜਦ ਅਸੀਂ ਡਿਫਰੈਂਟ ਆਥਰ ਦੀ ਬੁੱਕ ਪੜ੍ਹ ਰਹੇ ਹਾਂ ਨਾ ਹੋ ਸਕਦਾ ਕਿ ਲੈਟਸ ਸੇ ਤੁਸੀਂ ਕੋਈ ਬੁੱਕ ਪੜ੍ਹ ਰਹੇ ਹੋ ਆਪਰੇਟਿੰਗ ਸਿਸਟਮ ਦੀ, ਦੋ ਆਥਰਸ ਨੇ ਉਹ ਬੁੱਕ ਲਿਖੀ ਹੈ ਆਥਰ 1 ਐਂਡ ਆਥਰ 2। जब तुसी ऑथर 1 ਦੀ बुक पढ़ी ना ਤੁਹਾਨੂੰ ਲੱਗਿਆ कि ऑपरेटिंग सिस्टम नहीं ਮੈਨੂੰ समझ लग रहा है बहुत डिफिकल्ट है पर जब तुसी स्विच होए ऑथर 2 ਦੀ बुक ਚ ਉਹਨੇ बहुत ही सिंपल एंड सरल लैंग्वेज ਚ ਤੁਹਾਨੂੰ समझाया होया आ कोई डिफिकल्ट वर्ड नहीं यूज किए हुए बहुत सिंपल जी लैंग्वेज उन्हें लिखी हुई है कि ਤੁਹਾਨੂੰ बहुत सारे कंसेप्ट बहुत ईजिली समझ आ रहे हैं। ठीक है, तो असी की कर सकते हैं जो एक टॉपिक असी पढ़ रहे हैं वो एक टॉपिक असी दो डिफरेंट ऑथर्स की बुक तो पढ़िए या दो तो ज़्यादा डिफरेंट ऑथर्स की बुक तो पढ़िए ताकि असी कंपेयर कर सकिए कि किद्दां की सिमिलैरिटीज़ ने दोवें बुक च ते दोवें बुक्स किहड़ियां किस तरह डिफरेंट ने ते जिहड़ा ऑथर सिंपल लैंग्वेज नू यूज़ कर रहा है जो वोकैबलरी तुसी अंडरस्टैंड कर पा रहे हो तुसी उस बुक नू फॉलो करो। ਤੇ ਇਹ ਸਾਰੇ ਸੀਗੇ ਸਾਡੇ ਕੋਲ ਰੀਡਿੰਗ ਸਕਿੱਲ ਇੰਪਰੂਵਮੈਂਟ ਦੇ ਮੈਥਡਸ ਕਿ ਅਸੀਂ ਕੀ ਕਰ ਸਕਦੇ ਹਾਂ ਪਾਰਟਿਸਿਪੇਟ ਕਰ ਸਕਦੇ ਹਾਂ ਲਾਇਬ੍ਰੇਰੀ ਰੀਡਿੰਗ ਪ੍ਰੋਗਰਾਮਸ 'ਚ ਅਸੀਂ ਡਿਫਰੈਂਟ ਫਾਰਮ ਆਫ ਜਿਹੜੇ ਰੀਡਿੰਗ ਮਟੀਰੀਅਲਸ ਨੇ ਉਹਨਾਂ ਨੂੰ ਐਕਸਪਲੋਰ ਕਰ ਸਕਦੇ ਹਾਂ। डिफरेंट ਜਿਹੜੀ बुक्स ਅਸੀਂ पढ़ रहे ਹਾਂ ਜੇ ਉਹਨਾਂ ਦਾ ਫਿਲਮ ਵਰਜ਼ਨ ਜਾਂ ਵੀਡੀਓ ਵਰਜ਼ਨ ਅਵੇਲੇਬਲ ਹੈ ਉਹਨਾਂ ਨੂੰ ਕੰਪੇਅਰ ਕਰੀਏ ਤੇ ਜਿਹੜਾ ਵਰਜ਼ਨ ਸਾਨੂੰ ਜ਼ਿਆਦਾ ਵਧੀਆ ਲੱਗਦਾ ਹੈ ਉਸ ਵਰਜ਼ਨ ਨੂੰ ਫੋਲੋ ਕਰੀਏ। ਅਸੀਂ ਵੋਕੈਬਲਰੀ ਸਟੱਡੀ ਕਰੀਏ ਰੀਡਿੰਗ ਵੋਕੈਬਲਰੀ ਤਾਂ ਕਿ ਸਾਡੇ ਜਿਹੜੇ ਵਰਡਸ ਨੇ ਜਿਹੜੇ ਵਰਡਸ ਨੂੰ ਅਸੀਂ ਜਾਣਦੇ ਹਾਂ ਉਹਨਾਂ 'ਚ ਵਾਧਾ ਹੋਵੇ। ਅਸੀਂ ਸਪੈਲਿੰਗ ਸਕਿੱਲਸ ਨੂੰ ਸਟਰੈਂਥਨ ਕਰੀਏ ਐਂਡ ਡਿਫਰੈਂਟ ਆਥਰਸ ਦੀ ਬੁੱਕਸ ਨੂੰ ਕੰਪੇਅਰ ਕਰੀਏ ਔਨ ਦ ਸੇਮ ਕੰਟੈਂਟ। Okay, so this is about reading skill improvement methods. Next topic is importance of reading. Reading ਦੀ ਤਾਂ ਅਸੀਂ ਗੱਲ ਕਰ ਰਹੇ ਹਾਂ ਕਿ ਜਿਹੜਾ reading ਹੈਗੀ ਹੈ that is a mean of language acquisition, communication ਜਾਂ ਫਿਰ reading ਦੇ through ਅਸੀਂ information share ਕਰ ਸਕਦੇ ਹਾਂ ਆਪਣੇ ideas ਨੂੰ share ਕਰ ਸਕਦੇ ਹਾਂ।
ठीक है, ਜਿਹੜੇ डिफरेंट वर्ड्स ने उन्होंने डिकोड कर सकते हैं, ट्रांसलेट कर सकते हैं। बट फायदे की ने रीडिंग के? देखो बहुत ज़्यादा फायदे ने रीडिंग के। जो सब तो पहला फायदा है रीडिंग का, दैट इज वी कैन एक्सपोज ourselves to new things। कि ਅਸੀਂ ਕੀ ਕਰਦੇ ਆ, ਜਦ ਅਸੀਂ ਰੀਡਿੰਗ ਕਰ ਰਹੇ ਨਾ, ਦੇਖੋ ਰੀਡਿੰਗ ਅਸੀਂ ਕਦੀ ਵੀ ਸਿਮਿਲਰ ਟੌਪਿਕ ਤੇ ਨਹੀਂ ਕਰਦੇ, ਸਿਮਿਲਰ ਕੰਟੈਂਟ ਤੇ ਨਹੀਂ ਕਰਦੇ ਹੈਗੇ। ਅਸੀਂ ਰੀਡਿੰਗ ਜਦ ਕਰ ਰਹੇ ਆ, ਰੀਡਿੰਗ ਅਸੀਂ ਡਿਫਰੈਂਟ ਕੰਟੈਂਟ ਤੇ ਕਰ ਰਹੇ ਹੈਗੇ ਆ, ਕਿ ਨਵੀਆਂ ਨਵੀਆਂ ਚੀਜ਼ਾਂ ਅਸੀਂ ਪੜ੍ਹ ਰਹੇ ਆ, ਜੋ ਡੇਲੀ कह लो ਈਵੈਂਟਸ हो रहे हैं उन्होंने बारे ਅਸੀਂ पढ़ रहे ਹੈਗੇ ਆ, ਤੇ ਸਾਨੂੰ ਕੀ एक्सपोजर मिलता है, सानू नवीं चीज़ों बारे इन्फॉर्मेशन एक्सपोजर मिलता है, न्यू इन्फॉर्मेशन असी क्रिएट कर रहे हैं तो जनरेट कर रहे हैं। सानू ये पता लगता है कि जी साडियां प्रॉब्लम्स ने उन्होंने असी किस तरह सॉल्व कर सकते हैं, नवीं चीज़ां सानू अचीव होंदियां ने। देखो हुण जद असी कोई बुक रीडिंग कर रहे हैं, बुक रीडिंग जद असी बुक रीडिंग कर रहे हैं, लेट्स से मैं कोई नॉवल रीड कर रही हाँ, उस नॉवल च बेसिकली की होएगा, उस नॉवल च ऑथर दे एक्सपीरियंसिस होंगे, मतलब उस ऑथर का जो एक्सपीरियंस है, उस एक्सपीरियंस तो मैं लर्न कर रही हूँ। दैट मीन्स आई एम गेटिंग न्यू इन्फॉर्मेशन, आई एम गेटिंग न्यू थिंग्स, एंड जो उस ऑथर ने बुक च अपना एक्सपीरियंस लिखा है, उस एक्सपीरियंस को यूज करके इट मे हैपन कि मैं अपनी कोई प्रॉब्लम सॉल्व कर सकां। इसलिए रीडिंग के नाल असी की करते हैं, नवीं चीज़ों को एक्सप्लोर करने की कोशिश करते हैं, बेहतर तरीके नाल चीज़ों को अंडरस्टैंड करने की कोशिश करते हैं। नैक्सट जो बेनिफिट है रीडिंग का, दैट इज सैल्फ इंप्रूवमेंट। मतलब असी अपने आप च इंप्रूवमेंट देखते हैं, जिदा मैं तुहानू ऑलरेडी दसिया है कि साडी इन्फॉर्मेशन च वाधा हो रहा है, साडी नॉलेज च वाधा हो रहा है। इसलिए ये चीज़ां बेसिकली की ने, सैल्फ इंप्रूवमेंट ने। जो भी परसन रीडिंग कर रहा है, जो भी इंडिविजुअल रीडिंग कर रहा है, उहदे च अपने आप च इंप्रूवमेंट आएगी। तो जब कह लो इंडिविजुअल या पर्सन च इंप्रूवमेंट आ रही है, तो ऑटोमैटिकली सोसाइटी च इंप्रूवमेंट आएगी। ठीक है, जी रीडिंग है उहदे नाल असी जिहड़ा वर्ल्ड है, जिहड़ी दुनिया है या साडी सोसाइटी है, उन्होंने ज़्यादा बेहतर तरीके नाल असी अंडरस्टैंड करते हैं। देखो बहुत सारी बुक्स आंदियां ने, हाउ टू बिल्ड सेल्फ कॉन्फिडेंस, हाउ टू मेक अ प्लान बेटर बिफोर टेकिंग एक्शन, हाउ टू इन्फ्लुएंस पीपल, हाउ टू बी अ कॉन्फिडेंट पर्सन। मतलब जब असी इस तरह की बुक्स पढ़ रहे हैं ना, तो इस तरह की बुक्स पढ़न दे नाल साडे च सैल्फ इंप्रूवमेंट आएगी, सैल्फ कॉन्फिडेंस आएगा, सानू पता लगेगा कि लोगों नाल कम्युनिकेट किस तरह करना है। तो जिहड़ियां बुक्स हुंदियां ने, वो बेसिकली क्वाइटेस्ट या फिर साइलेंट फ्रेंड्स हुंदियां ने, ते उन्हां दे नाल असी बहुत सारी इन्फॉर्मेशन एक्सैस कर सकते हैं, ते असी अपनी नॉलेज च वाधा कर सकते हैं, ते असी सैल्फ इंप्रूवमेंट कर सकते हैं। नैक्सट पॉइंट इज जिहड़ी कह लो कि सैल्फ रीडिंग हैगी है, सैल्फ रीडिंग दे नाल असी लोग चीज़ां नू बेहतर तरीके नाल अंडरस्टैंड कर सकते हैं। रीडिंग इंप्रूव्स अंडरस्टैंडिंग। The more we read, the more we understand things better and clearly। जद असी वधिया बुक्स पढ़ रहे हैं, तो वधिया बुक्स पढ़न दे नाल की होएगा, जिहड़ी साडी अंडरस्टैंडिंग है लोकां नू लैके, चीज़ां नू लैके, सिचुएशंस नू लैके, वो ज़्यादा वधिया होएगी, उहदे च वाधा होएगा, असी चीज़ां नू अंडरस्टैंड कर सकांगे, ते असी जिहड़े अपने लाइफ दे रूल्स बनावांगे, वो रूल्स भी वधिया होंगे, ते असी की कर सकांगे, जिहड़े भी सोसाइटी दे चेंजेस हैगे आ, या फिर जो असी सोसाइटी च चेंजेस करना चाहते हैं, उन्हां नू बेहतर तरीके नाल असी कर सकांगे। नैक्सट जिहड़ी इंप्रूवमेंट या फिर बेनिफिट है रीडिंग दा, दैट रीडिंग प्रिपेयर अस टू टेक एक्शन, प्रिपरेशन टू एक्शन। देखो जब असी रीड कर रहे हैं, देखो सब तो पहली चीज़ होगी रीड करना। जब मैं कोई भी बुक रीड कर रही हाँ, ठीक है, वैदर मेरे सब्जेक्ट के नाल रिलेटेड है या लाइफ स्किल्स के नाल रिलेटेड है, या मैं कोई जर्नल रीडिंग कर रही हाँ, सब तो पहला मैं रीड करती हाँ। रीड करन तो बाद मैं की करदी हाँ, लर्न करदी हाँ कि अच्छा इस बुक च ये चीज़ां लिखियां होईयां सीगियां। ठीक है, रीड कर लिया, मैं लर्न कर लिया, उस तो बाद मैं की करदी हाँ, वो चीज़ां नू इंप्लीमेंट करदी हाँ, डू करदी हाँ। ठीक है, जो चीज़ां मैं सीखियां ने, उन्हां नू मैं की करदी हाँ, इंप्लीमेंट करदी हाँ।
ਤੇ ਜਦ ਮੈਂ ਉਹ ਚੀਜ਼ਾਂ ਨੂੰ ਇੰਪਲੀਮੈਂਟ ਕਰ ਰਹੀ ਹਾਂ ਤੇ ਆਟੋਮੈਟਿਕਲੀ ਜਦ ਮੈਂ ਆਪਣੀ ਜਿਹੜੀ ਜ਼ਿੰਦਗੀ ਹੈ ਉਹਨੂੰ ਸਹੀ ਤਰੀਕੇ ਨਾਲ ਵਿਚਰ ਰਹੀ ਹਾਂ ਤੇ ਆਟੋਮੈਟਿਕਲੀ ਕੀ ਹੋਏਗਾ ਕਿ ਮੈਨੂੰ ਅਚੀਵ ਹੋਏਗਾ, ਠੀਕ ਹੈ, ਕਿ ਜੋ ਵੀ ਮੈਂ ਗੋਲਸ ਅਚੀਵ ਕਰਨਾ ਚਾਹਨੀ ਹਾਂ ਉਹਦੇ ਲਈ ਮੈਂ ਜੋ ਰੂਲਸ ਰੈਗੂਲੇਸ਼ਨ ਪੜ੍ਹ ਰਹੀ ਹਾਂ ਬੁੱਕ 'ਚ ਜਾਂ ਜੋ ਜਿਸ ਤਰ੍ਹਾਂ ਦੀ ਇੰਸਟਰਕਸ਼ਨਸ ਮਿਲ ਰਹੀਆਂ ਨੇ ਜਦ ਉਹਨਾਂ ਨੂੰ ਮੈਂ ਫੋਲੋ ਕਰ ਰਹੀ ਹਾਂ ਤੇ ਮੈਨੂੰ ਕੀ ਹੋਏਗੀ, ਕੁਛ ਨਾ ਕੁਛ ਚੀਜ਼ ਅਚੀਵ ਹੋਏਗੀ। ਇਸੇ ਲਈ ਰੀਡਿੰਗ ਬਹੁਤ ਅਸੈਂਸ਼ੀਅਲ ਹੈ ਲਾਈਫ ਦੇ ਹਰ ਫੇਸ ਲਈ, ਬਿਕੋਜ਼ ਰੀਡਿੰਗ ਤੋਂ ਸਾਨੂੰ ਕੀ ਮਿਲ ਰਿਹਾ ਹੈ, ਫੀਡਬੈਕ ਮਿਲ ਰਹੇ ਹੈ, ਰਿਵਿਊਜ਼ ਮਿਲ ਰਹੇ ਹੈ ਤੇ ਸਭ ਤੋਂ ਇੰਪੋਰਟੈਂਟ ਚੀਜ਼ ਹੈ ਲੋਕਾਂ ਦੇ ਫੀਡਬੈਕ ਮਿਲ ਰਹੇ ਹੈ, ਲੋਕਾਂ ਦੇ ਰਿਵਿਊਜ਼ ਮਿਲ ਰਹੇ ਹੈ ਜਿਨ੍ਹਾਂ ਨੂੰ ਯੂਜ਼ ਕਰਕੇ ਮੈਂ ਆਪਣੇ ਡਿਸੀਜਨਸ ਬੈਟਰ ਲੈ ਸਕਦੀ ਹਾਂ। ਮਤਲਬ ਹਮੇਸ਼ਾ ਜਿਹੜੇ ਵੱਡੇ ਨੇ ਜਾਂ ਪੇਰੈਂਟਸ ਨੇ ਉਹ ਇਸ ਤਰ੍ਹਾਂ ਕਹਿੰਦੇ ਆ ਕਿ ਜ਼ਰੂਰੀ ਨਹੀਂ ਹੈ ਕਿ ਗਲਤੀ ਆਪ ਕਰੋ, ਲੋਕਾਂ ਦੇ ਐਕਸਪੀਰੀਐਂਸਿਸ ਤੋਂ ਵੀ ਅਸੀਂ ਸਿੱਖ ਸਕਦੇ ਹਾਂ, ਠੀਕ ਹੈ। ਸੇਮ ਉਹੀ ਚੀਜ਼ ਹੈ ਕਿ ਜਦ ਅਸੀਂ ਬੁੱਕ ਰੀਡਿੰਗ ਕਰ ਰਹੇ ਹਾਂ, ਬੁੱਕ ਰੀਡਿੰਗ 'ਚ ਲੋਕਾਂ ਨੇ ਆਪਣੇ ਐਕਸਪੀਰੀਐਂਸਿਸ ਡਿਸਕਸ ਕੀਤੇ ਹੋਏ ਹੈ ਤੇ ਉਹ ਐਕਸਪੀਰੀਐਂਸਿਸ ਨੂੰ ਜਦ ਅਸੀਂ ਲਰਨ ਕਰਕੇ ਇੰਪਲੀਮੈਂਟ ਕਰ ਰਹੇ ਹਾਂ ਤੇ ਆਟੋਮੈਟਿਕਲੀ ਸਾਨੂੰ ਵਧੀਆ ਚੀਜ਼ਾਂ ਅਚੀਵ ਹੋਣਗੀਆਂ। ਜਿਹੜਾ ਰੀਡਿੰਗ ਹੈ ਨਾ, ਰੀਡਿੰਗ ਇਜ਼ ਸਟਾਰਟਿੰਗ ਸਟੈਪ ਆਫ ਮੈਨੀ ਥਿੰਗਸ, ਠੀਕ ਹੈ। ਜਿਹੜੀ ਲੈਡਰਸ ਹੈ ਕਹਿ ਲਓ ਕਿ ਜ਼ਿੰਦਗੀ ਜਿਹੜੀ ਹੈਗੀ ਹੈ ਨਾ ਉਹਦੇ 'ਚ ਅਸੀਂ ਬਹੁਤ ਸਾਰੇ ਪੜਾਵ ਪਾਰ ਕਰਨੇ ਆ, ਠੀਕ ਹੈ, ਬਹੁਤ ਸਾਰੀਆਂ ਸਟੇਅਰਸ ਨੇ ਤੇ ਹੌਲੀ ਹੌਲੀ ਜਦ ਅਸੀਂ ਇਹ ਸਟੇਅਰਸ ਨੂੰ ਪਾਰ ਕਰ ਰਹੇ ਹੈਗੇ ਆ ਤੇ ਜੋ ਚੀਜ਼ ਅਸੀਂ ਅਚੀਵ ਕਰਨਾ ਚਾਹੁੰਦੇ ਆ ਉਹ ਅਸੀਂ ਅਚੀਵ ਕਰ ਸਕਦੇ ਹਾਂ। ਨੈਕਸਟ ਜਿਹੜਾ ਬੈਨੀਫਿਟ ਹੈ ਰੀਡਿੰਗ ਦਾ, that is gain experience from other people, ਕਿ ਅਸੀਂ ਜਿਹੜੀ ਲੋਕਾਂ ਦੀ ਨੌਲੇਜ ਹੈਗੀ ਹੈ, ਲੋਕਾਂ ਦੇ ਜਿਹੜੇ ਐਕਸਪੀਰੀਐਂਸਿਸ ਨੇ ਉਹਨਾਂ ਤੋਂ ਅਸੀਂ ਲਰਨ ਕਰ ਸਕਦੇ ਹੈਗੇ ਆ ਕਿ ਲੋਕਾਂ ਨੂੰ ਜਿਹੜੀ ਸਕਸੈਸ ਮਿਲੀ ਹੈ ਉਹ ਜਦ ਉਹ ਸਕਸੈਸ ਨੂੰ ਬੁੱਕਸ 'ਚ ਲਿਖ ਰਹੇ ਹੈ ਤੇ ਉਹਨਾਂ ਦੇ ਐਕਸਪੀਰੀਐਂਸਿਸ ਤੋਂ ਅਸੀਂ ਸਿੱਖ ਸਕਦੇ ਹਾਂ ਤਾਂ ਕਿ ਜੋ ਸੇਮ ਮਿਸਟੇਕ ਕਿਸੇ ਹੋਰ ਨੇ ਕੀਤੀ ਸੀਗੀ ਉਹ ਸੇਮ ਮਿਸਟੇਕ ਅਸੀਂ ਰਿਪੀਟ ਨਾ ਕਰੀਏ ਤੇ ਅਸੀਂ ਫੋਕਸ ਕਰੀਏ ਰਾਈਟ ਪਾਥ ਤੇ ਟੂ ਅਚੀਵ ਆਰ ਗੋਲ, ਠੀਕ ਹੈ। ਲੋਕਾਂ ਨੂੰ ਜਦ ਅਸੀਂ ਐਕਸਪੀਰੀਐਂਸ ਲੈ ਰਹੇ ਹਾਂ, ਲੋਕਾਂ ਦੇ ਐਕਸਪੀਰੀਐਂਸਿਸ ਤੋਂ ਸਿੱਖ ਰਹੇ ਹਾਂ ਤੇ ਜੋ ਲੋਕਾਂ ਦੀ ਮਿਸਟੇਕ ਸੀਗੀ, ਜੋ ਲੋਕਾਂ ਨੇ ਕਹਿ ਲਓ ਬੁੱਕ ਰੀਡਿੰਗ 'ਚ ਲਿਖੀ ਹੋਈ ਹੈ ਉਹ ਮਿਸਟੇਕਸ ਨੂੰ ਅਸੀਂ ਰਿਪੀਟ ਨਹੀਂ ਕਰਾਂਗੇ ਤੇ ਜਦ ਅਸੀਂ ਉਹ ਕਹਿ ਲਓ ਕਿ ਉਹ ਜੋ ਉਹਨਾਂ ਨੇ ਮਿਸਟੇਕਸ ਕੀਤੀ ਸੀ ਉਹਨਾਂ ਨੂੰ ਰਿਪੀਟ ਨਹੀਂ ਕਰਾਂਗੇ ਤੇ ਜਿਹੜੀ ਸਾਡੀ ਸਕਸੈਸ ਹੈ ਉਹ ਥੋੜੀ ਈਜ਼ੀ ਹੋ ਜਾਏਗੀ ਐਜ਼ ਕੰਪੇਅਰ ਟੂ ਦਾ ਪਰਸਨ ਜਿਨ੍ਹਾਂ ਨੇ ਆਪਣੇ ਐਕਸਪੀਰੀਐਂਸਿਸ ਨੂੰ ਬੁੱਕ 'ਚ ਕਨਵਰਟ ਕੀਤਾ ਤੇ ਅਸੀਂ ਉਹਨਾਂ ਨੂੰ ਰੀਡ ਕੀਤਾ, ਠੀਕ ਹੈ। ਜਿਹੜੀ ਆਰਟ ਆਫ ਰੀਡਿੰਗ ਹੈ ਨਾ ਇਹ ਸਾਨੂੰ ਜ਼ਿੰਦਗੀ ਨੂੰ ਜ਼ਿਆਦਾ ਬਿਹਤਰ ਤਰੀਕੇ ਨਾਲ ਅੰਡਰਸਟੈਂਡ ਕਰਨ 'ਚ ਹੈਲਪ ਕਰਦੀ ਹੈ ਤਾਂ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਬਿਹਤਰ ਤਰੀਕੇ ਨਾਲ ਬਤੀਤ ਕਰ ਸਕੀਏ। ਨੈਕਸਟ ਜਿਹੜੀ ਰੀਡਿੰਗ ਹੈ ਨਾ, ਰੀਡਿੰਗ ਇਜ਼ ਆਲਸੋ ਅ ਟੂਲ ਆਫ ਕਮਿਊਨੀਕੇਸ਼ਨ। ਦੇਖੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਕਿ ਜਿਹੜੀ ਕਮਿਊਨੀਕੇਸ਼ਨ ਹੈ ਇਹ ਬਹੁਤ ਇੰਪੋਰਟੈਂਟ ਟੂਲ ਹੈ ਕਿ ਜੋ ਅਸੀਂ ਰੀਡ ਕਰ ਰਹੇ ਹਾਂ ਉਹਨੂੰ ਅਸੀਂ ਟਰਾਂਸਮਿਟ ਵੀ ਕਰੀਏ, ਮਤਲਬ ਜੋ ਵਧੀਆ ਚੀਜ਼ਾਂ ਮੈਂ ਪੜ੍ਹੀਆਂ ਨੇ ਉਹ ਵਧੀਆ ਚੀਜ਼ਾਂ ਮੈਂ ਆਪਣੇ ਸਟੂਡੈਂਟਸ ਨੂੰ ਦੱਸਾਂ, ਆਪਣੇ ਰਿਲੇਟਿਵਸ ਨੂੰ ਦੱਸਾਂ, ਠੀਕ ਹੈ। ਮਤਲਬ ਮੈਂ ਜੋ ਵਧੀਆ ਚੀਜ਼ਾਂ ਪੜ੍ਹੀਆਂ ਨੇ ਉਹਨਾਂ ਨੂੰ ਮੈਂ ਪਾਸ ਕਰਾਂ, ਠੀਕ ਹੈ, ਤੇ ਉਹ ਪਾਸ ਕਦ ਹੋਣਗੀਆਂ ਜਦ ਮੈਂ ਇੱਕ ਬੈਟਰ ਕਮਿਊਨੀਕੇਟਰ ਹਾਂ, ਠੀਕ ਹੈ। ਬੈਟਰ ਕਮਿਊਨੀਕੇਟਰ ਮੈਂ ਕਦ ਬਣ ਸਕਦੀ ਹਾਂ ਜਦ ਮੈਂ ਵਧੀਆ ਰੀਡਿੰਗ ਕੀਤੀ ਹੋਏਗੀ, ਮੇਰੀ ਵੋਕੈਬਲਰੀ ਵਧੀਆ ਹੋਏਗੀ ਤੇ ਮੈਂ ਲੋਕਾਂ ਨੂੰ ਜੋ ਵੀ ਮੈਸੇਜ ਦੇਣਾ ਚਾਹੁੰਦੀ ਹਾਂ ਉਹ ਮੈਂ ਵਧੀਆ ਤਰੀਕੇ ਨਾਲ ਕਮਿਊਨੀਕੇਟ ਕਰ ਸਕਦੀ ਹਾਂ, ਠੀਕ ਹੈ। ਰੀਡਿੰਗ ਦੇ ਨਾਲ ਸਾਡੇ ਜਿਹੜੇ ਕਮਿਊਨੀਕੇਸ਼ਨ ਸਕਿੱਲਸ ਨੇ, ਕਮਿਊਨੀਕੇਟ ਕਰਨ ਦੀ ਜਿਹੜੀ ਪਾਵਰ ਹੈਗੀ ਹੈ ਉਹ ਵੀ ਇੰਪਰੂਵ ਹੁੰਦੀ ਹੈ, ਠੀਕ ਹੈ। ਜਿੱਦਾਂ ਜਦ ਮੈਂ ਕਮਿਊਨੀਕੇਟ ਕਰ ਰਹੀ ਹਾਂ ਦ ਬੈਟਰ ਆਈ ਕਮਿਊਨੀਕੇਟ, ਮੈਂ ਵਧੀਆ ਤਰੀਕੇ ਨਾਲ ਕਮਿਊਨੀਕੇਟ ਕਰੂੰਗੀ ਆਪਣੀ ਗੱਲਬਾਤ ਨੂੰ, ਆਪਣੇ ਮੈਸੇਜ ਨੂੰ ਤੇ ਜਿਹੜਾ ਲਿਸਨਰ ਹੈਗਾ ਆ ਉਹ ਵਧੀਆ ਤਰੀਕੇ ਨਾਲ ਉਸ ਚੀਜ਼ ਨੂੰ ਸਮਝੇਗਾ, ਠੀਕ ਹੈ। ਹੁਣ ਦੂਸਰੀ ਚੀਜ਼ ਕੀ ਹੈ, ਰੀਡਿੰਗ ਦੇ ਨਾਲ ਜਿੱਦਾਂ ਮੈਂ ਤੁਹਾਨੂੰ ਕਿਹਾ ਹੈ ਕਿ ਰੀਡਿੰਗ ਦੇ ਨਾਲ ਮੇਰੀ ਨੌਲੇਜ 'ਚ ਵਾਧਾ ਹੁੰਦਾ ਹੈ, ਠੀਕ ਹੈ। ਜੇ ਕਿਸੇ ਪਰਸਨ ਦੇ ਕੋਲ ਕੋਈ ਨੌਲੇਜ ਹੈ ਉਹ ਪਰਸਨ ਹੀ ਅੱਗੇ ਸ਼ੇਅਰ ਕਰ ਸਕਦਾ ਆ, ਜਿਹੜੇ ਪਰਸਨ ਨੂੰ ਕੁਝ ਪਤਾ ਹੀ ਨਹੀਂ ਹੈਗਾ, ਠੀਕ ਹੈ, ਉਹ ਕੁਝ ਸ਼ੇਅਰ ਕਰ ਸਕਦਾ ਹੈ, ਉਹ ਕੁਝ ਸ਼ੇਅਰ ਨਹੀਂ ਕਰ ਸਕਦਾ। ਦੂਸਰੀ ਚੀਜ਼ ਹੈ, ਇੱਕ ਤਾਂ ਉਹ ਸ਼ੇਅਰ ਨਹੀਂ ਕਰ ਸਕਦਾ, ਦੂਸਰੀ ਚੀਜ਼ ਜੇ ਕੋਈ ਪਰਸਨ ਉਹਨੂੰ ਕੋਈ ਚੀਜ਼ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਆ ਤੇ ਉਹ ਹੋ ਸਕਦਾ ਆ ਕਿ ਉਹ ਗੱਲ ਵੀ, ਉਹ ਮੈਸੇਜ ਵੀ ਉਹ ਛੇਤੀ ਨਾ ਸਮਝ ਪਾਏ ਕਿਉਂਕਿ ਉਹਨੇ ਕਦੀ ਵੀ ਰੀਡਿੰਗ ਨਹੀਂ ਕੀਤੀ, ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਇਸੇ ਲਈ ਜਿਹੜੀ ਰੀਡਿੰਗ ਹੈਗੀ ਹੈ ਇੱਕ ਸੋਲਿਡ ਫਾਊਂਡੇਸ਼ਨ ਹੈਗੀ ਹੈ ਕਮਿਊਨੀਕੇਸ਼ਨ ਦੇ ਲਈ। ਐਂਡ ਰੀਡਿੰਗ ਕੀ ਕਰਦੀ ਹੈ, ਇਟ ਹੈਲਪਸ ਟੂ ਕਨੈਕਟ ਦ ਵਰਲਡ,
ਕਿ ਅਸੀਂ ਕਮਿਊਨੀਕੇਸ਼ਨ ਦੇ ਥਰੂ ਕੀ ਕਰ ਸਕਦੇ ਹਾਂ, ਵਰਲਡ 'ਚ ਕਿਸੇ ਵੀ ਪਰਸਨ ਦੇ ਨਾਲ ਅਸੀਂ ਕਨੈਕਟ ਕਰ ਸਕਦੇ ਹਾਂ। ਨੈਕਸਟ ਜਿਹੜਾ ਬੈਨੀਫਿਟ ਹੈ ਰੀਡਿੰਗ ਦਾ, ਦੈਟ ਇਜ਼ ਬੂਸਟ ਇਮੈਜੀਨੇਸ਼ਨ ਐਂਡ ਕ੍ਰੀਏਟਿਵਿਟੀ। ਜਿਹੜੀ ਰੀਡਿੰਗ ਹੈ ਉਹ ਕੀ ਕਰ ਰਹੀ ਹੈ, ਸਾਡੀ ਇਮੈਜੀਨੇਸ਼ਨ ਨੂੰ ਬੂਸਟ ਕਰਦੀ ਹੈ, ਸਾਡੀ ਕ੍ਰੀਏਟਿਵਿਟੀ ਨੂੰ ਇੰਪਰੂਵ ਕਰਦੀ ਹੈ, ਠੀਕ ਹੈ, ਸਾਡੇ ਕੌਨਫੀਡੈਂਸ ਨੂੰ ਇੰਪਰੂਵ ਕਰਦੀ ਹੈ ਕਿ ਜਦ ਅਸੀਂ ਵਰਲਡ ਨੂੰ ਬੈਟਰ ਤਰੀਕੇ ਨਾਲ ਇਮੈਜਿਨ ਕਰ ਸਕਾਂਗੇ, ਫਿਰ ਅਸੀਂ ਇਹ ਅੰਡਰਸਟੈਂਡ ਕਰਾਂਗੇ ਕਿ ਨਥਿੰਗ ਇਜ਼ ਇੰਪੋਸੀਬਲ ਇਨ ਦ ਵਰਲਡ, ਕਿ ਕੋਈ ਵੀ ਜਿਹੜੀ ਚੀਜ਼ ਹੈ ਉਹ ਇੰਪੋਸੀਬਲ ਨਹੀਂ ਹੈ। ਅਸੀਂ ਜਿਹੜੀ ਵੀ ਚੀਜ਼ ਨੂੰ ਅਚੀਵ ਕਰਨਾ ਚਾਹੁੰਦੇ ਹਾਂ, ਉਸ ਚੀਜ਼ ਨੂੰ ਅਸੀਂ ਅਚੀਵ ਕਰ ਸਕਦੇ ਹੈਗੇ ਆ, ਠੀਕ ਹੈ। ਰੀਡਿੰਗ ਦੇ ਨਾਲ ਅਸੀਂ ਬੈਟਰ ਐਕਸਪਲੋਰਰ ਬਣਦੇ ਹਾਂ, ਅਸੀਂ ਵੱਖ-ਵੱਖ ਚੀਜ਼ਾਂ ਨੂੰ ਵੱਖ-ਵੱਖ ਐਂਗਲਸ ਦੇ ਨਾਲ ਦੇਖਦੇ ਹਾਂ ਤੇ ਹਰ ਗੱਲ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਤੇ ਇਹਦੇ ਨਾਲ ਕੀ ਹੁੰਦਾ, ਜਿਹੜੇ ਸਾਡੇ ਐਕਸ਼ਨਸ ਹੁੰਦੇ ਨੇ, ਮਤਲਬ ਜੋ ਚੀਜ਼ ਅਸੀਂ ਪਰਫਾਰਮ ਕਰਨੀ ਹੈ, ਠੀਕ ਹੈ, ਉਹ ਅਸੀਂ ਬਹੁਤ ਸੋਚ ਸਮਝ ਕੇ ਆਪਣੇ ਡਿਸੀਜਨਸ ਲੈਂਦੇ ਹਾਂ, ਤੇ ਇਹਦੇ ਕਰਕੇ ਕੀ ਹੁੰਦਾ, ਜਿਹੜੇ ਸਾਡੇ ਰਿਜ਼ਲਟਸ ਨੇ ਉਹ ਵੀ ਵਧੀਆ ਹੁੰਦੇ ਨੇ। ਤੋ ਸੋ these are importance of reading ਜਾਂ ਫਿਰ benefits ਕੀ ਨੇ ਰੀਡਿੰਗ ਨੇ, ਕਿ ਐਕਸਪੋਜ਼ ਕਰਦੇ ਹਾਂ ਅਸੀਂ ਨਵੀਂ ਚੀਜ਼ਾਂ ਨੂੰ, ਸੈਲਫ ਇੰਪਰੂਵਮੈਂਟ ਹੁੰਦੀ ਹੈ, ਰੀਡਿੰਗ ਇੰਪਰੂਵ ਅੰਡਰਸਟੈਂਡਿੰਗ, ਰੀਡਿੰਗ ਪ੍ਰਿਪੇਅਰ ਅਸ ਟੂ ਟੇਕ ਬੈਟਰ ਐਕਸ਼ਨਸ, ਠੀਕ ਹੈ। ਜਦ ਅਸੀਂ ਰੀਡ ਕਰ ਰਹੇ ਹਾਂ, ਅਸੀਂ ਲੋਕਾਂ ਦੇ ਐਕਸਪੀਰੀਅੰਸਿਸ ਤੋਂ ਸਿੱਖਦੇ ਹਾਂ, ਵੀ ਗੇਨ ਐਕਸਪੀਰੀਅੰਸਿਸ ਫਰੋਮ ਅਦਰ ਪੀਪਲ। ਰੀਡਿੰਗ ਇਜ਼ ਅ ਟੂਲ ਆਫ ਕਮਿਊਨੀਕੇਟਿੰਗ, ਠੀਕ ਹੈ, ਰੀਡਿੰਗ ਦੇ ਨਾਲ ਸਾਡੇ ਕਮਿਊਨੀਕੇਸ਼ਨ ਸਕਿੱਲਸ 'ਚ ਵੀ ਇੰਪਰੂਵਮੈਂਟ ਹੁੰਦੀ ਹੈ। ਐਂਡ ਰੀਡਿੰਗ ਬੂਸਟ ਇਮੈਜੀਨੇਸ਼ਨ, creativity and self-confidence. Okay, thank you so much for the lecture.